ਹੈਲੋ ਫਰੈਂਡਸ, ਵੈਲਕਮ ਟੂ ਵੈਬ ਇਕਨੋਮਿਕਸ। ਉਮੀਦ ਹੈ ਤੁਸੀਂ ਸਾਰੇ ਠੀਕ ਹੋ। ਅੱਜ ਦੇ ਲੈਕਚਰ ਵਿੱਚ ਆਪਾਂ ਗੱਲ ਕਰਾਂਗੇ ਲਾ ਆਫ ਡਿਮਾਂਡ ਦੀ। ਕੱਲ੍ਹ ਦੇ ਲੈਕਚਰ ਵਿੱਚ ਆਪਾਂ ਸਮਝਿਆ ਸੀ ਕਿ ਡਿਮਾਂਡ ਕੀ ਹੈ, ਉਹਨੂੰ ਕਿਹੜੇ ਫੈਕਟਰਸ ਅਫੈਕਟ ਕਰਦੇ ਨੇ। ਅੱਜ ਆਪਾਂ ਲਾ ਆਫ ਡਿਮਾਂਡ ਬਾਰੇ ਗੱਲ ਕਰਾਂਗੇ। ਲਾ ਆਫ ਡਿਮਾਂਡ ਜੋ ਹੈ ਉਹ ਇਨਵਰਸ ਰਿਲੇਸ਼ਨਸ਼ਿਪ ਦੱਸਦਾ ਹੈ ਕਿਸੇ ਵੀ ਚੀਜ਼ ਦੇ ਪ੍ਰਾਈਸ ਅਤੇ ਉਹਦੀ ਕੀ ਡਿਮਾਂਡ ਹੈ, ਉਹਦੀ ਕਿੰਨੀ ਕੁਆਂਟੀਟੀ ਉਹਦੀ ਡਿਮਾਂਡ ਹੁੰਦੀ ਹੈ। ਅਗਰ ਪ੍ਰਾਈਸਿਸ ਉਸ ਚੀਜ਼ ਦੇ ਇਨਕਰੀਜ਼ ਹੋ ਜਾਂਦੇ ਨੇ ਜਾਂ ਫਿਰ ਜਦੋਂ ਪ੍ਰਾਈਸਿਸ ਡਿਕਰੀਜ਼ ਹੋ ਜਾਣਗੇ ਤਾਂ ਉਹਦੀ ਕਿੰਨੀ ਕੁਆਂਟੀਟੀ ਡਿਮਾਂਡ ਕੀਤੀ ਜਾਏਗੀ। ਸੋ ਸਭ ਤੋਂ ਪਹਿਲਾਂ ਆਪਾਂ ਸਿੰਪਲ ਲੈਂਗੁਏਜ ਵਿੱਚ ਅਗਰ ਪੜ੍ਹੀਏ ਤਾਂ ਜੋ ਦੇਖਦੇ ਆਪਾਂ ਇੱਥੇ ਕੀ ਲਿਖਿਆ ਕਿ ਅਕੋਰਡਿੰਗ ਟੂ ਦ ਲਾਅ ਆਫ ਡਿਮਾਂਡ ਅਦਰ ਥਿੰਗਸ ਬੀਇੰਗ ਇਕੁਅਲ ਇਫ ਦ ਪ੍ਰਾਈਸ ਆਫ ਅ ਕੋਮੋਡਿਟੀ ਫਾਲਸ ਇਟਸ ਕੁਆਂਟਿਟੀ ਡਿਮਾਂਡਡ ਵਿਲ ਰਾਈਜ਼। ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਜਦੋਂ ਵੀ ਬਾਕੀ ਚੀਜ਼ਾਂ ਕੌਨਸਟੈਂਟ ਹੋਣਗੀਆਂ, ਪ੍ਰਾਈਸ ਰਿਲੇਟਿਡ ਗੁੱਡ ਦੇ ਕੌਨਸਟੈਂਟ ਹੋਣਗੇ, ਐਕਸਪੈਕਟੇਸ਼ਨਸ ਕੌਨਸਟੈਂਟ ਹੋਣਗੀਆਂ, ਕੰਜ਼ਿਊਮਰ ਦਾ ਟੇਸਟ ਕੌਨਸਟੈਂਟ ਹੋਏਗਾ, ਉਹਦੀ ਇਨਕਮ ਕੌਨਸਟੈਂਟ ਹੋਏਗੀ। ਇਹ ਸਾਰੀਆਂ ਅਜ਼ੰਪਸ਼ਨਸ ਨੇ ਲਾ ਆਫ ਡਿਮਾਂਡ ਦੀਆਂ ਕਿ ਬਾਕੀ ਸਾਰਾ ਕੁਝ ਕੌਨਸਟੈਂਟ ਹੁੰਦੇ ਹੋਏ ਜਦੋਂ ਸਿਰਫ ਪ੍ਰਾਈਸ ਚੇਂਜ ਹੋਏਗਾ ਤਾਂ ਉਹਦਾ ਕੁਆਂਟਿਟੀ ਡਿਮਾਂਡਡ 'ਤੇ ਕੀ ਇਫੈਕਟ ਹੋਏਗਾ, ਉਹਦਾ ਉਸ ਚੀਜ਼ ਦੀ ਡਿਮਾਂਡ 'ਤੇ ਕੀ ਅਸਰ ਹੋਏਗਾ। ਸੋ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਕਿ ਜਦੋਂ ਵੀ ਬਾਕੀ ਸਾਰੀਆਂ ਚੀਜ਼ਾਂ ਸੇਮ ਰਹਿਣਗੀਆਂ, ਅਦਰ ਥਿੰਗਸ ਬੀਇੰਗ ਇਕੁਅਲ, ਇਹਦਾ ਮਤਲਬ ਹੈ ਕਿ ਜਦੋਂ ਬਾਕੀ ਸਾਰੀਆਂ ਚੀਜ਼ਾਂ ਸੇਮ ਰਹਿਣਗੀਆਂ ਤਾਂ ਜਦੋਂ ਪ੍ਰਾਈਸ ਉਸ ਚੀਜ਼ ਦੇ ਘਟਣਗੇ, ਫਾਲ ਹੋਣਗੇ, ਹੇਠਾਂ ਆਉਣਗੇ ਤਾਂ ਉਹਦੀ ਜੋ ਡਿਮਾਂਡ ਹੈ ਉਹ ਰਾਈਜ਼ ਹੋਏਗੀ, ਉੱਪਰ ਵੱਲ ਨੂੰ ਜਾਏਗੀ, ਵਧੇਗੀ। ਨਾਲ ਹੀ ਉਹ ਕਹਿੰਦੇ ਨੇ ਐਂਡ ਇਫ ਦ ਪ੍ਰਾਈਸ ਆਫ ਦ ਕੋਮੋਡਿਟੀ ਰਾਈਜ਼ਸ ਕੁਆਂਟਿਟੀ ਡਿਮਾਂਡਡ ਵਿਲ ਡਿਕਲਾਈਨ। ਕਹਿੰਦੇ ਕਿ ਜਦੋਂ ਉਸ ਚੀਜ਼ ਦੇ ਪ੍ਰਾਈਸ ਵਧਣਗੇ, ਰੇਟ ਵਧੇਗਾ, ਉਸ ਚੀਜ਼ ਦਾ ਪ੍ਰਾਈਸ ਇਨਕਰੀਜ਼ ਹੋਏਗਾ ਤਾਂ ਉਸ ਚੀਜ਼ ਦੀ ਜਦੋਂ ਜੋ ਵੀ ਕੁਆਂਟਿਟੀ ਡਿਮਾਂਡਡ ਹੈ ਉਹ ਘਟ ਜਾਏਗੀ। ਇਹ ਨੋਰਮਲ ਹੈ ਆਪਣੀ ਲਾਈਫ ਵਿੱਚ ਕਿ ਜਦੋਂ ਵੀ ਕਿਸੇ ਚੀਜ਼ ਦੇ ਰੇਟ ਇਨਕਰੀਜ਼ ਹੋ ਜਾਂਦੇ ਨੇ ਆਪਾਂ ਉਸ ਚੀਜ਼ ਦੀ ਡਿਮਾਂਡ ਘੱਟ ਕਰਨ ਲੱਗ ਜਾਂਦੇ ਹਾਂ। ਜਿਵੇਂ ਕੱਲ੍ਹ ਪਿਆਜ਼ ਦੀ ਐਗਜ਼ਾਮਪਲ ਦਿੱਤੀ ਸੀ ਕਿ ਜਦੋਂ ਪਿਆਜ਼ ਦੇ ਰੇਟ ਡਾਊਨ ਹੁੰਦੇ ਨੇ, ਘੱਟ ਹੁੰਦੇ ਨੇ ਤਾਂ ਉਹਨਾਂ ਦੀ ਡਿਮਾਂਡ ਵੱਧ ਜਾਂਦੀ ਹੈ। ਪਰ ਜਦੋਂ ਪਿਆਜ਼ ਦੇ ਰੇਟ ਇਨਕਰੀਜ਼ ਹੋ ਜਾਂਦੇ ਨੇ, ਵੱਧ ਜਾਂਦੇ ਨੇ ਤਾਂ ਉਹਨਾਂ ਦੀ ਡਿਮਾਂਡ ਘਟੀ ਹੋਈ ਹੁੰਦੀ ਹੈ। ਤਾਂ ਜਦੋਂ ਉਹਨਾਂ ਦੇ ਰੇਟ ਘਟਣਗੇ ਤਾਂ ਉਹਨਾਂ ਦੀ ਡਿਮਾਂਡ ਵੱਧ ਜਾਏਗੀ। ਇਹ ਇਨਵਰਸ ਰਿਲੇਸ਼ਨਸ਼ਿਪ ਦੱਸਦਾ ਪਿਆਜ਼ ਦੇ ਰੇਟ ਅਤੇ ਪਿਆਜ਼ ਦੀ ਕੁਆਂਟਿਟੀ ਡਿਮਾਂਡਡ ਵਿੱਚ। ਇਸੇ ਇਨਵਰਸ ਰਿਲੇਸ਼ਨਸ਼ਿਪ ਨੂੰ ਲਾਅ ਆਫ ਡਿਮਾਂਡ ਦਾ ਨਾਮ ਦਿੱਤਾ ਗਿਆ। ਇੱਥੇ ਇੱਕ ਸਿੰਪਲ ਟੇਬਲ ਵਿੱਚ ਤੁਸੀਂ ਦੇਖੋ ਕਿ ਕਿਸੇ ਵੀ ਚੀਜ਼, ਕੋਈ ਐਕਸ ਗੁੱਡ ਹੈ, ਉਹਦਾ ਪ੍ਰਾਈਸ ਅਤੇ ਉਹਦੀ ਡਿਮਾਂਡ ਵਿੱਚ ਕੀ ਰਿਲੇਸ਼ਨ ਹੈ। ਜਦੋਂ ਉਸ ਐਕਸ ਗੁੱਡ ਦੇ ਪ੍ਰਾਈਸ ਇਨਕਰੀਜ਼ ਹੋਣਗੇ, ਉੱਪਰ ਵੱਲ ਨੂੰ ਜਾਣਗੇ ਤਾਂ ਉਹਦੀ ਜੋ ਡਿਮਾਂਡ ਹੈ ਉਹ ਨੀਚੇ ਨੂੰ ਆਏਗੀ, ਡਿਕਰੀਜ਼ ਹੋਏਗੀ। ਉਸ ਤੋਂ ਉਲਟ ਜਦੋਂ ਉਸ ਚੀਜ਼ ਦੇ ਪ੍ਰਾਈਸ ਡਿਕਰੀਜ਼ ਹੋਣਗੇ, ਨੀਚੇ ਵੱਲ ਨੂੰ ਜਾਣਗੇ, ਘਟਣਗੇ ਤਾਂ ਉਸ ਦੀ ਜੋ ਡਿਮਾਂਡ ਹੈ ਉਹ ਇਨਕਰੀਜ਼ ਹੋ ਜਾਏਗੀ। ਇਸ ਲਾਅ ਆਫ ਡਿਮਾਂਡ ਨੂੰ ਆਪਾਂ ਡਿਮਾਂਡ ਫੰਕਸ਼ਨ ਨਾਲ ਸਮਝ ਲੈਂਦੇ ਹਾਂ। ਡਿਮਾਂਡ ਫੰਕਸ਼ਨ ਕੀ ਕਹਿੰਦਾ ਹੈ? ਡਿਮਾਂਡ ਫੰਕਸ਼ਨ ਕਹਿੰਦਾ ਕਿ ਡਿਮਾਂਡ ਆਫ ਗੁੱਡ ਐਕਸ ਇਜ਼ ਫੰਕਸ਼ਨ ਆਫ ਪ੍ਰਾਈਸ ਆਫ ਗੁੱਡ ਐਕਸ, ਪ੍ਰਾਈਸ ਆਫ ਰਿਲੇਟਿਡ ਗੁੱਡ, ਇਨਕਮ, ਟੇਸਟ ਐਂਡ ਐਕਸਪੈਕਟੇਸ਼ਨਸ। ਇਹ ਸਾਰੀਆਂ ਚੀਜ਼ਾਂ ਦੇ ਉੱਪਰ ਜੋ ਇਹ ਬਾਰ ਬਣੀ ਹੋਈ ਹੈ ਇਹ ਦੱਸਦੀ ਹੈ ਕਿ ਇਹ ਸਭ ਜਦੋਂ ਕੌਨਸਟੈਂਟ ਹੋਏਗਾ, ਇਹ ਸਾਰਾ ਕੁਝ ਕੌਨਸਟੈਂਟ ਹੋਏਗਾ, ਇਹਦਾ ਕੋਈ ਇਫੈਕਟ ਨਹੀਂ ਹੋਏਗਾ। ਸਿਰਫ ਜੋ ਐਕਸ ਗੁੱਡ ਹੈ ਉਹਦਾ ਜੋ ਪ੍ਰਾਈਸ ਹੈ ਉਹਦਾ ਇਫੈਕਟ ਹੋਏਗਾ ਡਿਮਾਂਡ 'ਤੇ, ਗੁੱਡ ਐਕਸ ਦੀ ਡਿਮਾਂਡ 'ਤੇ। ਅਗਰ ਪ੍ਰਾਈਸ ਵਧਣਗੇ ਤਾਂ ਉਹਦੀ ਡਿਮਾਂਡ ਘਟੇਗੀ, ਅਗਰ ਪ੍ਰਾਈਸਿਸ ਘਟਣਗੇ ਤਾਂ ਉਹਦੀ ਡਿਮਾਂਡ ਵੱਧ ਜਾਏਗੀ। ਹੁਣ ਇੱਥੇ ਆਪਾਂ ਐਗਜ਼ਾਮਪਲ ਲੈਂਦੇ ਹਾਂ ਆਇਲ ਦੀ, ਤੇਲ ਦੀ। ਆਪਣੇ ਕੋਲ ਪ੍ਰਾਈਸ ਹੈ ਆਇਲ ਦਾ ਰੁਪੀਜ਼ ਵਿੱਚ ਅਤੇ ਡਿਮਾਂਡ ਹੈ ਲੀਟਰਸ ਵਿੱਚ। ਕਹਿੰਦੇ ਕਿ ਜਦੋਂ 30 ਰੁਪਏ ਪਰ ਲੀਟਰ ਆਇਲ ਹੋਏਗਾ ਤਾਂ ਉਹਦੀ ਜੋ ਡਿਮਾਂਡ ਹੈ ਉਹ 10 ਲੀਟਰ ਸੀ। ਪਰ ਜਦੋਂ ਉਹਦੇ ਰੇਟ ਇਨਕਰੀਜ਼ ਹੋ ਗਏ, ਗਵਰਨਮੈਂਟ ਨੂੰ ਕਿਸੇ ਵੀ ਤਰੀਕੇ ਨਾਲ ਉਹਨਾਂ ਦੇ ਰੇਟ ਇਨਕਰੀਜ਼ ਹੋ ਗਏ, ਗਵਰਨਮੈਂਟ ਨੂੰ ਲੱਗਿਆ ਕਿ ਡਿਮਾਂਡ ਜ਼ਿਆਦਾ ਹੋ ਰਹੀ ਹੈ ਆਇਲ ਦੀ, ਜਾਂ ਉਹਦੇ ਕਿਸੇ ਵੀ ਤਰੀਕੇ ਨਾਲ ਮਾਰਕੀਟ ਵਿੱਚ ਰੇਟ ਇਨਕਰੀਜ਼ ਕਰ ਦਿੰਦੀ ਹੈ ਗਵਰਨਮੈਂਟ ਨੂੰ। ਜਦੋਂ ਲੱਗਦਾ ਕਿ ਆਇਲ ਜ਼ਿਆਦਾ ਲੱਗ ਰਿਹਾ ਤਾਂ ਉਹ ਕੀ ਕਰਦੀ ਹੈ ਕਿ ਉਹਦੇ ਡਿਮਾਂਡ ਘਟਾਉਣ ਲਈ ਉਹਨਾਂ ਦੇ ਪ੍ਰਾਈਸਿਸ ਨੂੰ ਚੇਂਜ ਕਰਨਾ ਸ਼ੁਰੂ ਕਰ ਦਿੰਦੀ ਹੈ, ਪ੍ਰਾਈਸਿਸ ਨੂੰ ਇਨਕਰੀਜ਼ ਕਰਨਾ ਸ਼ੁਰੂ ਕਰ ਦਿੰਦੀ ਹੈ। ਉਸੇ ਤਰ੍ਹਾਂ ਨਾਰਮਲ ਲਾਈਫ ਵਿੱਚ ਵੀ ਇਹ ਰੂਲ ਲਾਗੂ ਹੁੰਦਾ ਹੈ ਕਿ ਅਗਰ ਆਪਾਂ ਦੇਖੀਏ ਕਿ ਆਇਲ ਦੇ ਜਦੋਂ 30 ਰੁਪਏ ਸੀ ਤਾਂ ਉਹਦੀ ਡਿਮਾਂਡ 10 ਲੀਟਰ ਸੀ। ਪਰ ਕੀ ਹੋਇਆ ਕਿ ਥੋੜ੍ਹੇ ਦਿਨਾਂ ਬਾਅਦ ਉਹਦੀ ਜੋ ਪ੍ਰਾਈਸਿਸ ਨੇ ਉਹ 40 ਰੁਪਏ ਪਰ ਲੀਟਰ ਹੋ ਜਾਂਦੇ ਨੇ ਤਾਂ ਉਹਦੀ ਡਿਮਾਂਡ ਘਟ ਕੇ 5 ਲੀਟਰਸ 'ਤੇ ਆ ਗਈ, ਮਤਲਬ ਕਿ ਘਟਦੀ ਜਾ ਰਹੀ ਹੈ। ਜਦੋਂ ਪ੍ਰਾਈਸਿਸ ਹੋਰ ਵੱਧ ਗਏ, 60 ਰੁਪਏ ਹੋ ਗਏ ਤਾਂ ਡਿਮਾਂਡ ਹੋਰ ਜ਼ਿਆਦਾ ਘਟ ਗਈ। ਇੱਥੋਂ ਤੁਸੀਂ ਦੇਖੋਗੇ ਕਿ ਜੋ ਪ੍ਰਾਈਸਿਸ ਵੱਧ ਰਹੇ ਨੇ ਪਰ ਜੋ ਡਿਮਾਂਡ ਹੈ, ਡਿਮਾਂਡ ਘਟ ਰਹੀ ਹੈ। ਮਤਲਬ ਕਿ ਇਨਵਰਸ ਰਿਲੇਸ਼ਨਸ਼ਿਪ ਹੈ, ਇਹ ਦੋਨਾਂ ਦੀ ਜੋ ਡਾਇਰੈਕਸ਼ਨ ਹੈ ਉਹ ਇਨਵਰਸ ਹੈ। ਪ੍ਰਾਈਸਿਸ ਉੱਪਰ ਨੂੰ ਜਾ ਰਹੇ ਨੇ ਪਰ ਜੋ ਡਿਮਾਂਡ ਹੈ ਉਹ ਨੀਚੇ ਨੂੰ ਆ ਰਹੀ ਹੈ। ਸੋ ਦੋਨਾਂ ਦਾ ਇਨਵਰਸ ਰਿਲੇਸ਼ਨਸ਼ਿਪ ਹੈ। ਇਸ ਸ਼ੈਡਿਊਲ ਤੋਂ ਆਪਾਂ ਇਹਨਾਂ ਦੋ ਪੁਆਇੰਟਸ 'ਤੇ ਆਏ ਹਾਂ ਕਿ ਕੀ ਇਹਨਾਂ ਦਾ ਜੋ ਕਨਕਲੂਜਨ ਹੈ ਇਸ ਡਿਮਾਂਡ ਸ਼ੈਡਿਊਲ ਦਾ ਉਹ ਕੀ ਹੈ।
सब तो पहला वही गल कि इन्हां दी डायरैक्शन इनवर्स है एक दूसरे दे इनवर्स रिलेशनशिप है काहदा है कमोडिटी दे प्राइस ते इहदी क्वांटिटी डिमांड विच उही गल कीती कि दोनों दा इनवर्स रिलेशनशिप है जदों प्राइसिस इंक्रीज होणगे तां डिमांड घटेगी जदों प्राइसिस डिक्रीज होणगे तां डिमांड वधनी शुरू हो जाएगी। यही रिलेशनशिप आपां इत्थे देखिया ठीक है इनवर्स रिलेशनशिप है। उस तो नैक्सट जो यदि कनक्लूजन निकल के आया इस डिमांड शेड्यूल चो कि नॉट प्रोपोर्शनल रिलेशन ये नहीं है कि जदों 10 रुपये पर लीटर ऑयल वधिया उस सेम रेशो दे विच डिमांड विच चेंज नहीं होया। इत्थे तुसीं देखो जो चेंज है वो 50% दा है सीधा 1005 ते आ चुकी है। उस तो बाद पर जो इत्थे रेट इनक्रीज होया वो 50% दी रेशो नाल नहीं होया। सो दोनों दा प्रपोर्शन नहीं है जरूरी नहीं है कि जो भी जिस रेशो नाल प्राइसिस चेंज होंगे किसी चीज़ की सेम उस रेशो नाल उस चीज़ की डिमांड घटेगी ये जरूरी नहीं है प्रोपोर्शन रिलेशन नहीं है। ਇਹਦੀ ਗੱਲ ਆਪਾਂ डिमांड करव विच भी करांगे। हुण आपां देखदे हां कि डिमांड करव की है। डिमांड करव है इट इज़ ए ग्राफिक रिप्रजेंटेशन ऑफ डिमांड शेड्यूल। जो आपां डिमांड शेड्यूल इस तरह बनाया न्यूमैरिकल बनाया ਇਹਦਾ उसनूं ग्राफिकली किस तरह रिप्रजेंट किया जाता है उसनूं डिमांड करव कहा जाता है। डिमांड करव तो क्लीयर हो जाएगा कि किवें इनवर्स रिलेशनशिप है या फिर इन्हां दा प्रोपोर्शनल रिलेशन क्यों नहीं है। सो इत्थे डिमांड करव नूं लैके जो लैफ्ट विच दी कोट है आपां देखते हैं कि किस तरह डिफाइन करते हैं डिमांड करव नूं। वो कहते हैं कि द डिमांड करव रिप्रजेंट्स द मैक्सिमम क्वांटिटी पर यूनिट ऑफ टाइम दैट कंज्यूमर्स विल टेक एट वेरीअस प्राइसिस। वो कहते हैं कि मतलब करव द ग्राफिकल रिप्रजेंटेशन है रिप्रजेंट करती है कि ज़्यादा तो ज़्यादा टाइम विच मैक्सिमम कितनी क्वांटिटी अलग अलग प्राइसिस ते वो लएगा जदों उन्हां दे पॉइंट्स नूं आपां ऐड करांगे तो डिमांड करव दा रूप लै लेगी। हुण आपां इत्थे एक डिमांड करव देखते हैं कि ये की है। हुण आपां पिछे डिमांड शेड्यूल विच वेखिया तां इत्थे देखो कि इहदे जो वाई एक्सिस है इहदे ते प्राइस लिया गया है। ਇੱਥੇ ਤੁਸੀਂ ਦੇਖੋਗੇ कि एक्स एक्सिस ਤੇ ਕੁਆਂਟਿਟੀ ਲਈ ਗਈ ਹੈ ਜੋ ਆਇਲ ਦੀ ਤੇ ਵਾਈ ਐਕਸਿਸ ਤੇ ਪ੍ਰਾਈਸ ਲਿਆ ਗਿਆ ਹੈ। ਹੁਣ ਦੇਖੋ ਆਪਾਂ ਦੇਖਿਆ ਕਿ ਜਦੋਂ ਉਹਦਾ ਜੋ ਪ੍ਰਾਈਸ ਸੀ ਆਇਲ ਦਾ ਉਹ 30 ਰੁਪੀਸ ਪਰ ਲੀਟਰ ਸੀ ਤਾਂ ਉਹਦੀ ਕੁਆਂਟਿਟੀ ਕਿੰਨੀ ਡਿਮਾਂਡ ਹੋ ਰਹੀ ਸੀ 10 ਲੀਟਰ ਹੋ ਰਹੀ ਸੀ। ਜਦੋਂ ਉਹਦਾ ਪ੍ਰਾਈਸ ਇਨਕਰੀਜ਼ ਹੋ ਕੇ 40 ਰੁਪੀਸ ਪਰ ਲੀਟਰ ਹੋ ਗਿਆ ਤਾਂ ਉਹਦੀ ਡਿਮਾਂਡ ਘਟ ਗਈ ਉਹਦੀ ਡਿਮਾਂਡ 5 ਲੀਟਰਸ ਤੇ ਆ ਗਈ। ਉਸ ਤੋਂ ਬਾਅਦ ਜਦੋਂ ਉਹਦੀ ਪ੍ਰਾਈਸਿਸ ਹੋਰ ਇਨਕਰੀਜ਼ ਹੋ ਗਿਆ 60 ਰੁਪੀਸ ਪਰ ਲੀਟਰ ਹੋ ਗਿਆ ਤਾਂ ਉਹਦੀ डिमांड होर घट गई और 2 लीटरस से आ गई। सो ये सारे जो पॉइंट्स ने जो 30 रुपीज़ प्राइस सी तो ओदी जो डिमांड सी वो 10 यूनिट्स सी ऑयल दी। इस पॉइंट नूं मिला के देखिए तो आपां इत्थे ए पॉइंट बनता है। उस तरह जो 40 रुपीज़ हो गया वह प्राइस इनक्रीज़ हो गया तो वह जो डिमांड है वो बैकवर्ड शिफ्ट हो गई वो पिछे नूं आ गई वो घट गई 10 तो 5 हो गई। देखो तुसी प्राइस इनक्रीज़ हो रहा है पर डिमांड घट गई है ये इनवर्स रिलेशनशिप नूं रिप्रजेंट कर रही है। ਹੁਣ देखो जो प्राइसिस होर इनक्रीज़ हो गए प्राइसिस मार्केट में 60 रुपीज़ हो गए सी पॉइंट ते आके तो जो वो डिमांड सी पहला 5 सी हुण होर पिछे चली गई होर घट गई वो कितनी हो गई 5 तो 2 आ गई। सो ये देखो कि डिमांड लगातार पिछे नूं जा रही है बैकवर्ड शिफ्ट हो रही है जिमें जिमें प्राइसिस उपर नूं जा रहे हैं अपवर्ड जा रहे हैं इनक्रीज़ हो रहे हैं डिमांड बैकवर्ड शिफ्ट हो रही है। ये इनवर्स रिलेशनशिप है जो दसदा है कि इसे करके ही जो डिमांड करव है डाउनवर्ड स्लोपिंग होंदी है नीचे नूं आंदी है क्योंकि इन्हां दोनों विच इनवर्स रिलेशनशिप हुंदा है। इहदे बारे आपां कल दे लैक्चर विच इलैबोरेट करांगे। हुण इत्थे तुसीं एक चीज़ होर नोट करो कि इत्थे एक स्ट्रेट लाइन प्रॉपर नहीं बनी हुई है एक कर्व बनी हुई है। ये की रिप्रजेंट करदी है कि जो इन्हां विच चेंज होया वो प्रपोर्शन नहीं सी प्रपोर्शनल नहीं सी। तुसी इत्थे देखो कि 30 तो 30 ते 40 रुपीज़ दे विच दा गैप घट है ते 40 तो 60 रुपीज़ विच जो गैप है वो ज़्यादा है। पर तुसी देखो कि जो जिन्ना 30 ते 40 रुपीज़ दे विच गैप है उन्ना सेम गैप नहीं है इहदे विच ये गैप ज़्यादा है 10 तो 5 50% दे रेशो नाल डाउन हो चुका है जो दी डिमांड है। सो ये प्रपोर्शनल रिलेशनशिप नहीं है इसे करके ये जो पॉइंट्स ने एक करव के रूप में आ गए ने ये एक करव बना रहे हैं इनू डिमांड करव किया गया है। डिमांड ऑफ एक्स गुड दी जो है जो कर्व्स है अलग अलग प्राइसिस ते ओदी अलग अलग डिमांड हुई किन्ने टाइम पीरियड विच ये सारा रिप्रजेंट ग्राफिक रिप्रजेंटेशन है इसनू ही डिमांड करव किया जाता है।
ਉਮੀਦ ਹੈ ਤੁਹਾਨੂੰ ਅੱਜ ਦੇ ਲੈਕਚਰ ਤੋਂ ਡਿਮਾਂਡ ਸ਼ੈਡਿਊਲ, ਲਾਫ ਡਿਮਾਂਡ ਤੇ ਡਿਮਾਂਡ ਕਰਵ ਜੋ ਹੈ ਕਲੀਅਰ ਹੋ ਗਈ ਹੋਏਗੀ, ਉਹਦਾ ਕਨਸੈਪਟ ਕਲੀਅਰ ਹੋ ਗਿਆ ਹੋਏਗਾ। ਨੈਕਸਟ ਲੈਕਚਰ ਵਿੱਚ ਆਪਾਂ ਦੇਖਾਂਗੇ ਕਿ ਡਿਮਾਂਡ ਕਰਵ ਕਿਸ ਤਰ੍ਹਾਂ ਸ਼ਿਫਟ ਕਰਦੀ ਹੈ, ਕਿਸ ਤਰ੍ਹਾਂ ਕੰਟਰੈਕਟ ਕਰਦੀ ਹੈ, ਐਕਸਟੈਂਡ ਕਿਸ ਤਰ੍ਹਾਂ ਹੁੰਦੀ ਹੈ, ਇਨਕਰੀਜ਼ ਕਿਸ ਤਰ੍ਹਾਂ ਹੁੰਦੀ ਹੈ, ਜਾਂ ਫਿਰ ਲਾਫ ਡਿਮਾਂਡ ਵਿੱਚ ਉਹਦੀਆਂ ਕਿਹੜੀਆਂ ਐਕਸੈਪਸ਼ਨਸ ਨੇ ਜੋ ਲਾਫ ਡਿਮਾਂਡ ਨੂੰ ਨਕਾਰਦੀਆਂ ਨੇ, ਅਪਵਾਦ ਨੇ ਲਾਫ ਡਿਮਾਂਡ ਦਾ ਕਿ ਉਹ ਪ੍ਰਾਈਸਿਸ ਇਨਕਰੀਜ਼ ਹੋਣ ਨਾਲ ਉਹਨਾਂ ਚੀਜ਼ਾਂ ਦੀ ਜੋ ਡਿਮਾਂਡ ਹੈ ਉਹ ਘਟਦੀ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਆਪਾਂ ਨੈਕਸਟ ਲੈਕਚਰ ਵਿੱਚ ਇਲੈਬੋਰੇਟ ਕਰਾਂਗੇ। ਉਮੀਦ ਹੈ ਤੁਹਾਨੂੰ ਇਹ ਕਨਸੈਪਟ ਕਲੀਅਰ ਹੋ ਗਿਆ ਹੋਏਗਾ, ਪਤਾ ਲੱਗ ਗਿਆ ਹੋਏਗਾ ਕਿ ਡਿਮਾਂਡ ਜੋ ਡਿਮਾਂਡ ਕਰਵ ਹੈ ਉਹ ਡਾਊਨਵਰਡ ਕਿਉਂ ਜਾਂਦੀ ਹੈ, ਉਹਦਾ ਮਤਲਬ ਕੀ ਹੈ, ਲਾ ਆਫ ਡਿਮਾਂਡ ਦਾ ਇਨਵਰਸ ਰਿਲੇਸ਼ਨਸ਼ਿਪ ਕੀ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ। ਅਗਰ ਤੁਹਾਨੂੰ ਇਹ ਕਨਸੈਪਟ ਕਲੀਅਰ ਹੋ ਗਿਆ ਹੈ ਕਿ ਲਾ ਆਫ ਡਿਮਾਂਡ ਕੀ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ, ਅਤੇ ਬੈਲ ਬਟਨ ਨੂੰ ਦਬਾਉਣਾ ਨਾ ਭੁੱਲੋ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਜੋ ਨੋਟੀਫਿਕੇਸ਼ਨਸ ਨੇ ਵੀਡੀਓਜ਼ ਦੀਆਂ ਉਹ ਤੁਹਾਨੂੰ ਮਿਲ ਸਕਣ ਅਤੇ ਤੁਸੀਂ ਅਪਡੇਟ ਰਹਿ ਸਕੋ ਨੈਕਸਟ ਵੀਡੀਓਜ਼ ਨਾਲ। ਉਮੀਦ ਹੈ ਤੁਹਾਨੂੰ ਪਸੰਦ ਆ ਰਹੀਆਂ ਹੋਣਗੀਆਂ ਮੇਰੀ ਵੀਡੀਓਜ਼, ਤੁਹਾਨੂੰ ਸਟੱਡੀ ਵਿੱਚ ਹੈਲਪਫੁਲ ਹੋ ਰਹੀਆਂ ਹੋਣਗੀਆਂ। ਸੋ ਥੈਂਕ ਯੂ ਸੋ ਮੱਚ। ਅਗਰ ਪਸੰਦ ਆ ਰਹੀਆਂ ਨੇ ਤਾਂ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਥੈਂਕ ਯੂ ਸੋ ਮੱਚ।